ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਸੀਟ ਤੋਂ ਚੋਣ ਲੜਨਗੇ। ਇਸ ਦਾ ਐਲਾਨ ਤਾਂ ਹੋ ਚੁੱਕਾ ਹੈ, ਪਰ ਹੁਣ ਚੰਨੀ ਲਈ ਇੱਕ ਹੋਰ ਸੀਟ ਦਾ ਐਲਾਨ ਹੋ ਸਕਦਾ ਹੈ। ਕਾਂਗਰਸ ਸੀਐਮ ਚੰਨੀ ਨੂੰ 2 ਸੀਟਾਂ ਤੋਂ ਚੋਣ ਲੜਾਉਣਾ ਚਾਹੁੰਦੀ ਹੈ। ਚਮਕੌਰ ਸਾਹਿਬ ਸੀਟ ਤੋਂ ਬਾਅਦ ਬਰਨਾਲਾ ਸੀਟ ਤੋਂ ਵੀ ਚੰਨੀ ਨੂੰ ਉਤਾਰਨ ਦੀ ਤਿਆਰੀ ਹੈ। ਸਿੱਧੂ ਤੇ ਚੰਨੀ ਦੋਵੇਂ ਹੀ ਨੇਤਾਵਾਂ ਨੇ ਇਸ਼ਾਰਿਆਂ ਵਿੱਚ ਸੀਐਮ ਉਮੀਦਵਾਰ ਬਣਨ ਦੀ ਇੱਛਾ ਹਾਈਕਮਾਨ ਨੂੰ ਜ਼ਾਹਿਰ ਕਰ ਦਿੱਤੀ ਹੈ। ਕੇਂਦਰੀ ਚੋਣ ਕਮੇਟੀ ਦੀ ਬੈਠਕ ਵਿੱਚ ਚੰਨੀ ਦੇ 2 ਸੀਟਾਂ ਤੋਂ ਚੋਣ ਲੜਨ ਉੱਤੇ ਆਖਰੀ ਫੈਸਲਾ ਲਿਆ ਜਾਵੇਗਾ। ਸੂਤਰਾਂ ਮੁਤਾਬਿਕ ਚੰਨੀ ਨੂੰ 2 ਸੀਟਾਂ ਤੋਂ ਚੋਣ ਲੜਾਉਣ ਦੀ ਰਣਨੀਤੀ ਦੀ ਵਜ੍ਹਾ ਚਮਕੌਰ ਸਾਹਿਬ ਤੋਂ ਚੰਨੀ ਦੀ ਕਮਜ਼ੋਰ ਸਥਿਤੀ ਨਹੀਂ ਹੈ, ਸਗੋਂ ਪਾਰਟੀ ਚੰਨੀ ਦੇ ਸਹਾਰੇ ਮਾਲਵਾ ਖੇਤਰ ਵਿੱਚ ਮਜ਼ਬੂਤੀ ਹਾਸਲ ਕਰਨਾ ਚਾਹੁੰਦੀ ਹੈ। ਭਾਜਪਾ ਲਗਾਤਾਰ ਦੋਸ਼ ਲਗਾ ਰਹੀ ਹੈ। ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਚੰਨੀ ਨੂੰ ਸੁਰੱਖਿਅਤ ਸੀਟ ਤੋਂ ਚੋਣ ਲੜਾਉਣਾ ਚਾਹੁੰਦੀ ਹੈ। ਇਸ ਦਰਮਿਆਨ ਵੱਡਾ ਸਵਾਲ ਇਹ ਹੈ ਕਿ ਜੇਕਰ ਚੰਨੀ 2 ਸੀਟਾਂ ਤੋਂ ਚੋਣ ਲੜਨਗੇ ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਪੰਜਾਬ ਵਿੱਚ ਚੰਨੀ ਹੀ ਕਾਂਗਰਸ ਦੇ ਸੀਐਮ ਉਮੀਦਵਾਰ ਹੋਣਗੇ। ਚਮਕੌਰ ਸਾਹਿਬ ਤੋਂ ਇਲਾਵਾ ਦੂਜੀ ਸੀਟ ਤੋਂ ਚੋਣ ਲੜਨ ਦੇ ਸਵਾਲ ਉੱਤੇ ਚੰਨੀ ਨੇ ਇਨਕਾਰ ਵੀ ਨਹੀਂ ਕੀਤਾ, ਸਗੋਂ ਇਹ ਦਲੀਲ ਦਿੱਤੀ ਕਿ ਪਾਰਟੀ ਨੇ ਪਿਛਲੀ ਵਾਰ ਵੀ ਮੁੱਖ ਮੰਤਰੀ ਉਮੀਦਵਾਰ ਨੂੰ 2 ਸੀਟਾਂ ਤੋਂ ਲੜਾਇਆ ਸੀ। ਸਾਫ਼ ਹੈ ਕਿ ਚੰਨੀ ਤੇ ਸਿੱਧੂ ਦੋਵਾਂ ਦੇ ਮਨ ਵਿੱਚ ਸੀਐਮ ਬਣਨ ਦਾ ਸੁਪਨਾ ਹੈ ਤੇ ਦੋਵੇਂ ਹਾਈਕਮਾਨ ਦੀ ਆਸ ਲਗਾਏ ਬੈਠੇ ਹਨ। ਹਾਈਕਮਾਨ ਨਾਰਾਜ਼ ਨਾ ਹੋ ਜਾਵੇ, ਇਸ ਦਾ ਖਿਆਲ ਰੱਖਿਆ ਜਾ ਰਿਹਾ ਹੈ। ਅਜਿਹੇ ਵਿੱਚ ਸਿੱਧੂ ਦੇ ਸੁਪਨਿਆਂ ਦਾ ਕੀ ਹੋਵੇਗਾ ਜੋ ਹਾਈਕਮਾਨ ਤੋਂ ਸੀਐਮ ਉਮੀਦਵਾਰ ਬਣਾਏ ਜਾਣ ਦੀ ਆਸ ਲਗਾ ਕੇ ਬੈਠੇ ਹਨ। ਬਿਕਰਮ ਸਿੰਘ ਮਜੀਠੀਆ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਸੀਐਮ ਚੰਨੀ ਤੇ ਵੱਡਾ ਹਮਲਾ ਬੋਲਿਆ ਹੈ। ਉਹਨਾਂ ਨੇ ਨਜਾਇਜ਼ ਮਾਈਨਿੰਗ ਅਤੇ ਈਡੀ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋਏ ਸੀਐਮ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਹਣੀ ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਮੋਹਾਲੀ 'ਚ ਹੋਮਲੈਂਡ ਸੁਸਾਇਟੀ ਦੀ ਵੀਡੀਓ ਰਾਹੀਂ ਕਈ ਖੁਲਾਸੇ ਕੀਤੇ। ਉਹਨਾਂ ਨੇ ਕਿਹਾ ਕਿ ਹੋਮਲੈਂਡ ਵਿੱਚ ਈਡੀ ਦੀ ਰੇਡ ਕੀਤੀ ਗਈ ਸੀ। ਉਹਨਾਂ ਨੇ ਵੀਡੀਓ 'ਚ ਦਿਖਾਇਆ ਕਿ ਭੁਪਿੰਦਰ ਹਣੀ ਸਿਕਿਉਰਿਟੀ ਗਾਰਡ ਦੇ ਨਾਲ ਦਿਖਾਈ ਦੇ ਰਿਹਾ ਹੈ। ਉਹਨਾਂ ਨੇ ਸੀਐਮ ਚੰਨੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੰਨੀ ਮਤਲਬ ਹਣੀ, ਹਣੀ ਮਤਲਬ ਚੰਨੀ। ਉਹਨਾਂ ਨੇ ਹਣੀ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕੀਤੇ। ਉਹਨਾਂ ਨੇ ਕਿਹਾ ਕਿ ਸਰਕਾਰੀ ਸਮਾਗਮਾਂ 'ਚ ਹਣੀ ਦੀ ਪੂਰੀ ਸ਼ਮੂਲੀਅਤ ਹੁੰਦੀ ਸੀ। ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੇ ਸੀਐਮ ਚੰਨੀ ਦੇ ਬੇਟੇ ਦੇ ਵਿਆਹ ਤੇ ਹੋਏ ਖਰਚੇ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਇਸ ਤੇ ਵੀ ਈਡੀ ਵੱਲੋਂ ਜਾਂਚ ਕਰਨੀ ਚਾਹੀਦੀ ਹੈ। ਪੰਜਾਬ 'ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਜਿੱਥੇ ਸਿਆਸੀ ਆਗੂ ਇੱਕ ਦੂਜੇ ਤੇ ਵਾਰ ਪਲਟਵਾਰ ਕਰ ਰਹੇ ਹਨ, ਉੱਥੇ ਹੀ ਵਾਅਦਿਆਂ ਤੇ ਦਾਅਵਿਆਂ ਦਾ ਵੀ ਦੌਰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਆਪ ਦੇ ਮੁੱਖ ਮੰਤਰੀ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੈਲੰਜ ਦਾ ਜਵਾਬ ਦਿੱਤਾ ਹੈ। ਦਰਅਸਲ ਸੀਐਮ ਚੰਨੀ ਨੇ ਭਗਵੰਤ ਮਾਨ ਨੂੰ ਉਹਨਾਂ ਦੇ ਹਲਕੇ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ, ਜਿਸ ਦਾ ਹੁਣ ਭਗਵੰਤ ਮਾਨ ਨੇ ਜਵਾਬ ਦਿੱਤਾ ਹੈ। ਸ਼ਨੀਵਾਰ ਨੂੰ ਭਗਵੰਤ ਮਾਨ ਨੇ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਚਮਕੌਰ ਸਾਹਿਬ ਰਿਜ਼ਰਵ ਸੀਟ ਹੈ, ਉਹ ਉੱਥੋਂ ਚੋਣ ਨਹੀਂ ਲੜ ਸਕਦੇ। ਇਸ ਲਈ ਚੰਨੀ ਜੀ ਨੂੰ ਧੂਰੀ ਵਿਧਾਨ ਸਭਾ ਵਿੱਚ ਆ ਕੇ ਚੋਣ ਲੜਨ। ਦੱਸਦੇ ਕਿ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ 2022 ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਆਪਣਾ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਸੀ। ਭਗਵੰਤ ਮਾਨ ਇਸ ਵਾਰ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਸੰਗਰੂਰ ਜ਼ਿਲ੍ਹੇ ਦੇ 5 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਧੂਰੀ ਵਿਧਾਨ ਸਭਾ ਸੀਟ ਤੋਂ ਪਿਛਲੀਆਂ ਚੋਣਾਂ ਵਿੱਚ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੇ ਜਿੱਤ ਹਾਸਿਲ ਕੀਤੀ ਸੀ। ਗੋਲਡੀ ਨੇ ਆਪਣੇ ਨੇੜਲੇ ਵਿਰੋਧੀ ਆਮ ਆਦਮੀ ਪਾਰਟੀ ਦੇ ਜਸਵੀਰ ਸਿੰਘ ਜੱਸੀ ਸੇਖੋਂ ਨੂੰ 2811 ਵੋਟਾਂ ਨਾਲ ਹਰਾਇਆ ਸੀ, ਜਦਕਿ ਇਸ ਵਾਰ ਇਸ ਹਲਕੇ ਤੋਂ ਭਗਵੰਤ ਮਾਨ ਖੁਦ ਉਮੀਦਵਾਰ ਹੋਣਗੇ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੀ ਸੂਬਾ ਇਕਾਈ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਐਲਾਨ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਪਾਰਟੀ ਦੇ ਕਈ ਸੀਨੀਅਰ ਆਗੂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਸੂਬੇ ਦੇ ਪਹਿਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਸਮਰਥਨ ਦੇ ਰਹੇ ਹਨ। ਕਾਂਗਰਸ ਹਾਈ ਕਮਾਂਡ ਦਾ ਹੁਣ ਤੱਕ ਇਹ ਕਹਿਣਾ ਹੈ ਕਿ ਪਾਰਟੀ 20 ਫਰਵਰੀ ਨੂੰ 117 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਸਮੂਹਿਕ ਅਗਵਾਈ ਹੇਠ ਲੜੇਗੀ। ਇਸ ਮਾਮਲੇ ਤੇ ਸਥਿਤੀ ਨੂੰ ਜਲਦੀ ਤੋਂ ਜਲਦੀ ਸਪਸ਼ਟ ਕਰਨ ਦੀ ਮੰਗ ਕੀਤੀ ਹੈ। ਸੀਨੀਅਰ ਆਗੂ ਅਤੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਾਰਟੀ ਨੇ 2012 ਅਤੇ 17 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ ਅਤੇ ਚੰਨੀ ਨੇ 3 ਮਹੀਨਿਆਂ ਵਿੱਚ ਹੀ ਆਪਣੀ ਕਾਬਲੀਅਤ ਸਾਬਿਤ ਕਰ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਜਦੋਂ ਇੱਕ ਵਿਅਕਤੀ ਪਹਿਲਾਂ ਹੀ ਆਪਣੇ ਆਪ ਨੂੰ ਬਾਕੀਆਂ ਦੀਆਂ ਉਮੀਦਾਂ ਨਾਲੋਂ ਬਿਹਤਰ ਸਾਬਿਤ ਕਰ ਚੁੱਕਾ ਹੈ ਤਾਂ ਪਾਰਟੀ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਕੋਈ ਦੁਵਿਧਾ ਨਹੀਂ ਹੋਣੀ ਚਾਹੀਦੀ। ਕਾਂਗਰਸ ਆਗੂ ਰਾਣਾ ਗੁਰਜੀਤ ਨੇ ਵੀ ਚੰਨੀ ਦਾ ਸਮਰਥਨ ਕੀਤਾ ਹੈ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵੀ ਚੰਨੀ ਦਾ ਮੁੱਖ ਮੰਤਰੀ ਵਜੋਂ ਉਮੀਦਵਾਰ ਦਾ ਸਮਰਥਨ ਕੀਤਾ ਹੈ। ਹਾਲਾਂਕਿ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਇਸ ਹਫ਼ਤੇ ਚੰਡੀਗੜ੍ਹ ਵਿੱਚ ਕਿਹਾ ਸੀ ਕਿ ਸਿੱਧੂ ਜੀ ਕਾਂਗਰਸ ਦੀ ਪੰਜਾਬ ਇਕਾਈ ਦੇ ਸਰਦਾਰ ਹਨ, ਚੰਨੀ ਜੀ ਸਰਕਾਰ ਦੇ ਸਰਦਾਰ ਹਨ ਅਤੇ ਅਸੀਂ ਸਮੂਹਿਕ ਅਗਵਾਈ ਵਿੱਚ ਚੋਣ ਲੜਾਂਗੇ। ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਸਹਿਯੋਗੀ ਨਿਖਿਲ ਅਲਵਾ ਨੇ ਟਵਿੱਟਰ ਰਾਹੀਂ ਇੱਕ ਸਰਵੇਖਣ ਕੀਤਾ ਸੀ, ਜਿਸ ਵਿੱਚ ਪੁੱਛਿਆ ਗਿਆ ਸੀ ਕਿ ਪੰਜਾਬ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਹੋਣਾ ਚਾਹੀਦਾ ਹੈ। ਸਰਵੇਖਣ ਵਿੱਚ ਕੁੱਲ 1283 ਲੋਕਾਂ ਵਿੱਚੋਂ 68.7% ਨੇ ਚੰਨੀ ਦੇ ਹੱਕ ਵਿੱਚ ਵੋਟ ਪਾਈ। ਇਸ ਸਰਵੇ ਵਿੱਚ 11.5% ਨੇ ਸਿੱਧੂ ਅਤੇ 9.3% ਨੇ ਸੁਨੀਲ ਜਾਖੜ ਦੇ ਹੱਕ ਵਿੱਚ ਵੋਟ ਪਾਈ, ਜਦਕਿ 10.4% ਨੇ ਕਿਹਾ ਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਪਹਿਲਾਂ ਤੋਂ ਐਲਾਨ ਕਰਨ ਦੀ ਲੋੜ ਨਹੀਂ ਹੈ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਚੰਨੀ ਪਿਛਲੇ ਸਾਲ ਮੁੱਖ ਮੰਤਰੀ ਬਣੇ ਸਨ। ਕਾਂਗਰਸ ਦੀ ਪੰਜਾਬ ਇਕਾਈ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰਾਂ ਦੇ
ਲਾਉਣ ਦੀ ਮੰਗ ਅਜਿਹੇ ਸਮੇਂ 'ਚ ਜ਼ੋਰ ਫੜਦੀ ਜਾ ਰਹੀ ਹੈ ਜਦੋਂ ਆਮ ਆਦਮੀ ਪਾਰਟੀ ਇੱਕ ਮਜ਼ਬੂਤ ਧਿਰ ਬਣ ਕੇ ਉੱਭਰ ਰਹੀ ਹੈ। ਪਾਰਟੀ ਨੇ ਆਪਣੇ ਸੰਸਦ ਮੈਂਬਰ ਅਤੇ ਸੂਬਾ ਇਕਾਈ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਕੋਰੋਨਾ ਦੇ ਵੱਧਦੇ ਸੰਕਰਮਣ ਦੇ ਚੱਲਦਿਆਂ ਚੋਣ ਕਮਿਸ਼ਨ ਕਿਸੇ ਤਰ੍ਹਾਂ ਦਾ ਰਿਸਕ ਲੈਣ ਦੇ ਮੂਡ 'ਚ ਨਹੀਂ ਹੈ। ਇਸ ਲਈ ਕਮਿਸ਼ਨ ਨੇ ਚੋਣ ਰੈਲੀਆਂ, ਜਲੂਸ ਤੇ ਰੋਡ ਸ਼ੋਅ ਤੇ ਪਾਬੰਦੀਆਂ ਇੱਕ ਹਫ਼ਤੇ ਲਈ ਹੋਰ ਵਧਾ ਦਿੱਤੀਆਂ ਹਨ। ਸੂਤਰਾਂ ਮੁਤਾਬਿਕ ਕੋਰੋਨਾ ਸੰਕਰਮਣ ਤੇ ਟੀਕਾਕਰਨ ਦੀ ਸਥਿਤੀ ਦੀ ਸਮੀਖਿਆ ਲਈ ਸ਼ਨੀਵਾਰ ਨੂੰ ਰੱਖੀ ਗਈ ਬੈਠਕ 'ਚ ਇਸ ਤੇ ਸਹਿਮਤੀ ਬਣੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਮਿਸ਼ਨ ਨੇ ਪ੍ਰਚਾਰ ਦੇ ਦੂਜੇ ਤਰੀਕਿਆਂ 'ਚ ਕੁਝ ਢਿੱਲ ਦਿੱਤੀ ਹੈ। ਇਸ ਬੈਠਕ 'ਚ ਮੁੱਖ ਚੋਣ ਕਮਿਸ਼ਨਰ ਨਾਲ ਸਾਰੇ ਡਿਪਟੀ ਕਮਿਸ਼ਨਰ ਸ਼ਾਮਿਲ ਹੋਏ। ਇਸ ਤੋਂ ਇਲਾਵਾ ਉੱਚ ਅਧਿਕਾਰੀ ਤੇ 5 ਚੁਣਾਵੀ ਸੂਬਿਆਂ ਦੇ ਚੀਫ ਇਲੈਕਸ਼ਨ ਕਮਿਸ਼ਨ ਨੇ ਵੀ ਬੈਠਕ ਵਿੱਚ ਹਿੱਸਾ ਲਿਆ। ਬੈਠਕ 'ਚ ਸੂਬਿਆਂ ਦੇ ਪ੍ਰਮੁੱਖ ਸਕੱਤਰ ਸਾਹਿਤ ਤੇ ਮੁੱਖ ਸਕੱਤਰ ਨੇ ਟੀਕਾਕਰਨ ਤੇ ਸੰਕਰਮਣ ਨੂੰ ਲੈ ਕੇ ਹੁਣ ਤੱਕ ਦੀ ਪ੍ਰਗਤੀ ਤੇ ਜਾਣਕਾਰੀ ਦਿੱਤੀ। ਇਹਨਾਂ ਨਾਲ ਗੱਲਬਾਤ ਤੇ ਚਰਚਾ ਤੋਂ ਬਾਅਦ ਕੇਂਦਰੀ ਸਿਹਤ ਸਕੱਤਰ ਨਾਲ ਸਮੀਖਿਆ ਬੈਠਕ ਹੋਈ, ਜਿਸ ਤੋਂ ਬਾਅਦ ਪਾਬੰਦੀ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਚੋਣ ਕਮਿਸ਼ਨ ਚਾਹੁੰਦਾ ਹੈ ਕਿ ਟੀਕਾਕਰਨ ਦਾ ਅੰਕੜਾ ਤੇ ਮਜ਼ਬੂਤ ਹੋਵੇ। ਸੂਤਰਾਂ ਮੁਤਾਬਿਕ ਪਹਿਲੇ ਪੜਾਅ ਦੇ ਚੋਣ ਪ੍ਰਚਾਰ ਪਿਛਲੀਆਂ ਚੋਣਾਂ ਦੀ ਤਰ੍ਹਾਂ ਜੇਕਰ 72 ਘੰਟੇ ਪਹਿਲਾਂ ਹੀ ਬੰਦ ਹੋਵੇਗਾ ਤੇ ਉਸ ਨੂੰ ਸੰਭਾਵਿਤ ਢਿੱਲ ਮਿਲ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਢਿੱਲ ਮਿਲੇਗੀ ਤਾਂ ਪਾਬੰਦੀਆਂ ਨਾਲ ਭਾਵ ਕਮਿਸ਼ਨ 'ਚ ਢਿੱਲ ਤਾਂ ਦੇਵੇਗਾ ਪਰ ਲਗਾਮ ਹੱਥ 'ਚ ਹੀ ਰਹੇਗਾ। ਚੋਣ ਕਮਿਸ਼ਨ ਦੇ ਸੂਤਰਾਂ ਮੁਤਾਬਿਕ ਛੋਟੀਆਂ ਸਭਾਵਾਂ, ਘਰ-ਘਰ ਸੰਪਰਕ ਮੁਹਿੰਮ ਵਰਗੀਆਂ ਚੀਜ਼ਾਂ ਨੂੰ ਲੈ ਕੇ ਵਧਾਉਣ ਤੇ ਵੀ ਗੱਲ ਹੋਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲਗਭਗ 29 ਦਿਨਾਂ ਦਾ ਸਮਾਂ ਬਾਕੀ ਹੈ। ਚੋਣਾਂ ਦੌਰਾਨ ਮੈਦਾਨ ਵਿੱਚ ਉਤਰੇ ਕਿਸਾਨ ਬਹੁਮਤ ਵਾਲੇ ਸੰਯੁਕਤ ਸਮਾਜ ਮੋਰਚਾ ਦੀ ਚੋਣ ਕਮਿਸ਼ਨ ਕੋਲ ਰਜਿਸਟ੍ਰੇਸ਼ਨ ਦੇ ਰਾਹ ਵਿੱਚ ਅੜਿੱਕਾ ਆ ਗਿਆ ਹੈ। ਕਮਿਸ਼ਨ ਨੇ ਸੰਯੁਕਤ ਸਮਾਜ ਮੋਰਚਾ ਦੀ ਅਰਜ਼ੀ ਪਾਰਟੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਕਈ ਇਤਰਾਜ਼ ਸਮੇਤ ਵਾਪਸ ਕਰ ਦਿੱਤੀ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਉਹ ਇਹਨਾਂ ਨੂੰ ਦੂਰ ਕਰਕੇ ਅਰਜ਼ੀ ਭੇਜਣ। ਕਮਿਸ਼ਨ ਨੇ 13 ਜਨਵਰੀ ਨੂੰ ਲਿਖੇ ਇਸ ਪੱਤਰ ਵਿੱਚ ਇਹ ਵੀ ਕਿਹਾ ਹੈ ਕਿ ਇਸ ਤੋਂ ਬਾਅਦ ਹੀ ਇਸ ਵਿਸ਼ੇ ਤੇ ਕੋਈ ਕਾਰਵਾਈ ਕੀਤੀ ਜਾਵੇਗੀ। ਅਜਿਹੇ ਵਿੱਚ ਕਮਿਸ਼ਨ ਦੇ ਇਸ ਜਵਾਬ ਨਾਲ ਸੰਯੁਕਤ ਸਮਾਜ ਮੋਰਚਾ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਮੁਸ਼ਕਿਲਾਂ ਵੱਧ ਸਕਦੀਆਂ ਹਨ। ਲਗਭਗ 6 ਇਤਰਾਜ਼ਾਂ ਬਾਰੇ ਵਿਸਤ੍ਰਿਤ ਜਵਾਬ ਬਣਾਉਣ ਵਿੱਚ ਕਾਫੀ ਸਮਾਂ ਲੱਗੇਗਾ। ਇਹ ਵੀ ਖਬਰ ਹੈ ਕਿ ਇਹ ਚਿੱਠੀ ਰਾਜੇਵਾਲ ਨੂੰ ਹੁਣੇ ਮਿਲੀ ਹੈ। ਪਾਰਟੀ 2 ਸੂਚੀਆਂ ਵਿੱਚ ਆਪਣੇ 30 ਉਮੀਦਵਾਰ ਰਾਜੇਵਾਲ ਸਣੇ ਐਲਾਨ ਚੁੱਕੀ ਹੈ ਅਤੇ ਇਸ ਪਾਰਟੀ ਵਿੱਚ ਸ਼ਾਮਿਲ ਕੁਝ ਖੱਬੀਆਂ ਪਾਰਟੀਆਂ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੇ ਚੋਣ ਨਿਸ਼ਾਨ ਅਤੇ ਝੰਡੇ ਤੇ ਚੋਣ ਲੜਨਗੀਆਂ। ਇਸ ਨਾਲ ਚੁਣਾਵੀ ਜੰਗ ਦੀ ਸ਼ੁਰੂਆਤ ਵਿੱਚ ਹੀ ਪਾਰਟੀ ਦੀ ਅਗਨੀ ਪ੍ਰੀਖਿਆ ਹੋ ਰਹੀ ਹੈ। ਕੁਝ ਕਿਸਾਨ ਜਥੇਬੰਦੀਆਂ ਨੇ ਰਾਜੇਵਾਲ ਤੋਂ ਚੜੂਨੀ ਸਮਰਥਕਾਂ ਨੂੰ ਕਿਸਾਨ ਅੰਦੋਲਨ ਫਤਿਹ ਕਰਨ ਤੋਂ ਬਾਅਦ ਸਿਆਸਤ ਵਿੱਚ ਪਾਰਟੀ ਉਤਾਰਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਸਰਕਾਰ ਉੱਤੇ ਦਬਾਅ ਘਟੇਗਾ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤੋਂ ਚੰਗਾ ਇਹ ਲੋਕ ਇੱਕ ਰਾਏ ਬਣਾ ਕੇ ਕਿਸੇ ਕਿਸਾਨ ਸਮਰਥਕ ਦਲ ਦੀ ਮਦਦ ਕਰਦੇ ਤਾਂ ਜ਼ਿਆਦਾ ਵਧੀਆ ਸੀ। ਚੋਣ ਮਾਹਿਰਾਂ ਦਾ ਮੰਨਣਾ ਹੈ ਕਿ ਰਜਿਸਟ੍ਰੇਸ਼ਨ ਨਾ ਹੋਣ ਦੀ ਵਜ੍ਹਾ ਨਾਲ ਪਾਰਟੀ ਨੂੰ ਆਪਣਾ ਬਣਾਇਆ ਚੋਣ ਨਿਸ਼ਾਨ ਨਹੀਂ ਮਿਲੇਗਾ, ਜਿਸ ਨਾਲ ਉਸ ਨੂੰ ਚੋਣ ਮੈਦਾਨ ਵਿੱਚ ਮੁਸ਼ਕਿਲ ਹੋਵੇਗੀ। देखो मैडम, बिलो द बेल्ट जाना उनकी पुरानी आदत है, तभी तो पीछे लात मार के भगा दिया। मैंने जवाब दे दिया। दूसरी बात, करप्शन मॉडल। एक सरकार 10 साल, आज वो प्रेस कॉन्फ्रेंस कर रहे थे माइनिंग पे, एक सरकार 1300 किलोमीटर लेके 10 साल हर साल 40 करोड़ रुपया माइनिंग ਦਾ ਜਮਾ ਕਰਾਉਂਦੀ ਰਹੀ ਹੈ। ਸ਼ਰਮ ਨਾ ਆਈ ਇਹਨਾਂ ਨੂੰ ਹੈ? ਡਰੱਗਸ ਦੇ ਉੱਤੇ ਮਾਈਨਿੰਗ ਦਾ ਕਨੈਕਸ਼ਨ ਲਿਖਿਆ, ਇਹਦਾ ਨਾਂ ਲਿਖਿਆ, ਇਹ ਗੱਲਾਂ ਕਰਦਾ। ਦੂਜੀ ਗੱਲ, ਤੇਲੰਗਾਨਾ ਇੱਕ ਹਫ਼ਤੇ ਦੇ ਵਿੱਚ 50 ਕਰੋੜ ਰੁਪਏ ਕਮਾਉਂਦਾ ਮੈਡਮ, ਤੇ ਅਕਾਲੀ ਸਰਕਾਰ 10 ਸਾਲ ਲਗਾਤਾਰ ਹਰ ਸਾਲ 40 ਕਰੋੜ ਰੁਪਏ ਇੱਕ ਸਾਲ ਦੇ। ਇਹ ਕਰਪਸ਼ਨ ਦੀ ਗੱਲ ਕਰਦੇ ਆ ਹੈ? ਕਰਪਸ਼ਨ ਤਾਂ ਇਹਨਾਂ ਦੇ ਪਿਓ ਦਾ ਰਾਜ ਸੀ। ਤੁਹਾਨੂੰ ਨਹੀਂ ਪਤਾ ਇਹਨਾਂ ਦੇ ਪਿਓ ਦਾ ਰਾਜ ਸੀ 10 ਸਾਲ, 10 ਦੇ ਹੀ 15 ਦੇ ਹੀ, ਹਾਂਜੀ। ਔਰ ਉਹ ਬਾਪੂ ਦੇਖ ਕੇ ਜਾਊ ਸਾਰਾ ਕੁਝ ਇਹਨਾਂ ਦੀ ਬਰਬਾਦੀ। ਔਰ ਮੈਂ ਤੁਹਾਨੂੰ ਦੱਸ ਰਿਹਾ, 2 ਬੱਸਾਂ ਸੀ ਡੱਬ ਵਾਲੀ ਚ ਉਹਦੇ ਬਾਬੇ ਦੀਆਂ, 6,500 ਹੋ ਗਈਆਂ, ਸਾਰੀ PRTC ਘਾਟੇ ਚਲੀ ਗਈ। ਇਹ ਕਰਪਸ਼ਨ ਨਹੀਂ ਤੇ ਹੋਰ ਕੀ ਆ ਓਏ? ਇਹਨੂੰ ਪੁੱਛੋ, ਇਹਨੇ ਜਾ ਕੇ ਸੰਦੀਪ ਟਰਾਂਸਪੋਰਟ, ਮਾਧੋ ਕੇ ਟਰਾਂਸਪੋਰਟ ਐਦਾਂ ਕਿਰਪਾਨਾਂ ਲਾ ਕੇ ਖਰੀਦੀਆਂ ਕਿ ਨਹੀਂ ਖਰੀਦੀਆਂ ਹੈ? ਇਹਨੂੰ ਪੁੱਛੋ, ਢਾਬਿਆਂ ਦੇ ਉੱਤੇ ਖੜ ਕੇ ਇਹ ਢਾਬਿਆਂ ਤੋਂ ਪੈਸੇ ਵਸੂਲਦੇ ਰਹੇ ਕਿ ਨਹੀਂ ਰਹੇ? ਇਹਨੂੰ ਪੁੱਛੋ, ਇਹਦੇ ਯੂਥ ਵਾਲੇ ਲਗਾੜੇ ਇੱਕ ਇੰਸਪੈਕਟਰ ਦੀ ਛਾਤੀ ਦੇ ਉੱਤੇ ਚੜ੍ਹ ਕੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਆਪਦੀ ਬੇਟੀ ਦੀ ਆਬਰੂ ਬਚਾਉਣ ਆਇਆ ਸੀਗਾ, ਨਗਾੜੇ ਵਜਾਉਂਦੇ ਸੀ ਕਿ ਵਜਾਉਂਦੇ ਸੀ ਹੈ? ਤੇ ਕੇਸ ਇਹ ਸਿੱਧੂ ਤੇ ਨੇ, ਇਹ ਸੱਤਾ ਪਿੰਦੀ ਬਿਸਤਰ ਚ ਸੌਂਦੇ ਸੀ ਇਹਦੇ ਨਾਲ, ਇਹ ਸਮਝੌਤੇ ਕਰਾਉਂਦਾ ਸੀ। ਐਕਸਟ੍ਰਾਡਿਸ਼ਨ ਮੰਗੀ ਹੈ ਉਹਨਾਂ ਦੀ, ਹਿੰਦੁਸਤਾਨ ਦੀ ਸਰਕਾਰ ਐਕਸਟ੍ਰਾਡਿਸ਼ਨ ਨਹੀਂ ਦਿੰਦੀ। 1 ਲੱਖ ਫੋਟੋ ਹੈ, ਭੱਜਦਾ ਉਹ ਤੋਂ।
अंकित जी, न्यूज 18 पंजाब अपना सवाल और पूछिए। सुनो, जाओ पता करो केबल जुझार कौन है ते किहदा फंडर है, जाओ पता करो। जुझार सिंह कौन है पता करो, ਜਿਹੜਾ ਇੱਕ ਐਮਐਸਓ ਸਾਰੀ ਕੇਬਲ ਨੂੰ ਚਲਾਉਂਦਾ ਹੈ। ਚੋਰ ਦੀ ਦਾੜੀ 'ਚ ਤਿਣਕਾ ਗੱਲਾਂ ਕਰਦੇ ਐ। अंकित ਤੁਹਾਨੂੰ ਮੈਨੂੰ ਪਤਾ ਹੈ ਤੁਹਾਨੂੰ ਤਕਲੀਫ ਹੈ ਵੀ ਮੈਂ ਤੁਹਾਡੀਆਂ ਬੱਸਾਂ ਫੜੀਆਂ, ਪਰ ਮੈਂ ਕੋਈ ਬੱਸ ਨਜਾਇਜ਼ ਨਹੀਂ ਫੜੀ। ਜਾਲੀ ਚੱਲਦੀਆਂ ਬੱਸਾਂ, ਪੰਜਾਬ ਨੂੰ ਲੁੱਟ ਰਹੀਆਂ ਬੱਸਾਂ ਤੁਹਾਡੀਆਂ ਮੈਂ ਫੜੀਆਂ, ਜਿਨ੍ਹਾਂ ਨੇ ਕਰੋੜਾਂ ਰੁਪਇਆ ਪੰਜਾਬ ਦੇ ਲੋਕਾਂ ਦਾ ਪੈਸਾ ਦੇਣਾ ਸੀ, ਉਹ ਫੜੀਆਂ। ਮੈਨੂੰ ਪਤਾ ਹੈ ਕਿ ਢਿੱਡ 'ਚ ਪੀੜ ਬਹੁਤ ਹੈ, ਦਰਦ ਬਹੁਤ ਹੈ। ਔਰ ਸਰਦਾਰ ਸਾਹਿਬ ਜੀ, ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਮੈਂ ਤੁਹਾਡੀਆਂ ਇਹੋ ਜੀਆਂ ਧਮਕੀਆਂ ਤੋਂ ਜਾਂ ਤੁਹਾਡੀਆਂ ਇਹੋ ਜੀਆਂ ਗੱਲਾਂ ਤੋਂ ਡਰਦਾ ਨਹੀਂ ਹਾਂ। ਔਰ ਮੇਰੇ ਉਹਨਾਂ ਸਾਥੀਆਂ ਦਾ ਵੀ ਧੰਨਵਾਦ ਜਿਹੜੇ ਲੋਕ ਮੈਨੂੰ ਛੱਡ ਕੇ ਗਏ ਹੈ, ਕਿਉਂਕਿ ਮਰਦੋ ਹੁੰਦਾ ਜਿਹੜਾ ਸਮੇਂ ਸਿਰ ਛੱਡ ਕੇ ਜਾਵੇ। ਅਗਲਾ ਕਹਿੰਦਾ ਵੀ ਭਾਈ 1 ਮਹੀਨਾ ਪਹਿਲਾਂ ਛੱਡ ਗਿਆ, ਸਾਲ ਪਹਿਲਾਂ ਛੱਡ ਗਿਆ ਮੈਂ। ਜਿਹੜੇ ਸਾਥੀ ਸੰਗੀ ਬੰਦੇ ਨੂੰ ਵਰਤ ਕੇ ਤੇ ਉਹਦੀ ਪਿੱਠ 'ਚ ਛੁਰਾ ਮਾਰ ਕੇ ਜਾਣ, ਉਹਨਾਂ ਦਾ ਜ਼ਿੰਦਗੀ 'ਚ ਵਟਿਆ ਨਹੀਂ ਕੁਝ ਜਾਂਦਾ। ਪਰ ਚਲੋ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਤੁਹਾਨੂੰ ਨਵੀਆਂ ਪਾਰਟੀਆਂ ਸਲਾਮਤ। ਤੇ ਮੈਂ ਬੇਨਤੀ ਕਰਾਂਗਾ ਪਿੰਡ ਵਾਲਿਆਂ ਨੂੰ, ਸ਼ਹਿਰ ਵਾਲਿਆਂ ਨੂੰ ਕਿ ਇਹਨਾਂ ਲੋਕਾਂ ਤੋਂ ਸੁਚੇਤ ਰਹੋ। ਇਹ ਤੁਹਾਨੂੰ ਵੇਚ ਕੇ, ਇਹਨਾਂ ਨੇ ਕਈ ਵਾਰ ਤੁਹਾਨੂੰ ਵੇਚਿਆ, ਕਦੇ ਕਿਸੇ ਪਾਰਟੀ 'ਚ ਵੇਚਿਆ, ਕਦੇ ਕਿਸੇ ਪਾਰਟੀ 'ਚ ਵੇਚਿਆ, ਕਦੇ ਕਿਸੇ ਪਾਰਟੀ 'ਚ ਵੇਚਿਆ। ਇਹ ਤੁਹਾਨੂੰ ਵੇਚ ਕੇ ਆਪਦਾ ਘਰ ਭਰ ਲੈਂਦੇ ਨੇ। ਸੋ ਕਈ ਲੋਕ ਕਹਿੰਦੇ ਅਸੀਂ ਤਾਂ ਬਹੁਤ ਪੁਰਾਣੇ ਕਾਂਗਰਸੀ ਹਾਂ। ਲੋਕ ਜਾਣਦੇ ਨੇ ਕਿ ਕਿੰਨੇ ਕੁ ਪੁਰਾਣੇ ਹੋ ਤੁਸੀਂ, ਕਿੰਨੇ ਕਾਰੀ ਤੁਸੀਂ ਪਾਰਟੀ ਦੀ ਪਿੱਠ 'ਚ ਛੁਰਾ ਖੋਬਿਆ। ਪਰ ਮੈਨੂੰ ਤੁਹਾਡੇ ਜਾਣ ਨਾਲ ਅਸਰ ਨਹੀਂ ਹੋਣਾ, ਮੈਨੂੰ ਤੁਹਾਡੇ ਜਾਣ ਨਾਲ ਬਲ ਮਿਲਣਾ ਹੈ, ਮੈਨੂੰ ਤੁਹਾਡੇ ਜਾਣ ਨਾਲ ਬਲ ਮਿਲਣਾ ਹੈ, ਤਾਕਤ ਮਿਲਣੀ ਹੈ। ਸੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ 5-7 ਗੇੜੇ ਜ਼ਰਾ ਹੋਰ ਲਾਇਓ, ਭਾਵੇਂ ਗਿੱਦੜਬਾਜ਼। ਤੇ ਮੈਂ ਤਾਂ ਕਹਿੰਦਾ ਸਰਦਾਰ ਸੁਖਬੀਰ ਸਿੰਘ ਜੀ, ਤੁਸੀਂ ਆਪ ਹੀ ਲੜ ਲਓ, ਤੁਸੀਂ ਆਪ ਹੀ ਲੜ ਲਓ। ਜਦੋਂ ਤੁਹਾਨੂੰ ਗੁੱਸਾ ਹੈ ਨਾ, 1 ਸੀਟ ਹੋਰ ਸਹੀ, ਜਲਾਲਾਬਾਦ ਤੋਂ ਲੜ ਰਹੇ ਹੋ, ਇੱਥੋਂ ਵੀ ਲੜ ਲਓ, ਤਾਂ ਜੋ ਜਰਾ ਸਵਾਦ ਤਾਂ ਆਏਗਾ ਤੁਹਾਡੇ ਨਾਲ ਚੋਣ ਲੜ ਕੇ। ਸਵਾਦ ਤੁਹਾਡੇ ਜਿਹੜੇ ਸਰੋਪੇ ਹੈ ਨਾ, ਇੱਕ ਗੱਲ ਯਾਦ ਰੱਖਿਓ, ਇਹ ਸਰੋਪੇ ਜੋ ਸਰਵੇਜ਼ ਆ ਰਹੇ ਨੇ, 4ਥੇ ਨੰਬਰ ਦੀ ਪਾਰਟੀ ਬਣ ਜਾ ਰਹੀ ਹੈ ਅਕਾਲੀ ਦਲ, 4ਥੇ ਨੰਬਰ ਦੀ। ਔਰ ਇਹ ਸਾਰੇ ਸਰਵੇਜ਼ ਤੁਹਾਡੇ ਖਿਲਾਫ ਦੱਸ ਰਹੇ ਨੇ। ਸੋ ਇਹ ਗੱਲ ਯਾਦ ਰੱਖਿਓ, ਆਪਦੀ ਸੀਟ ਬਚਾ ਕੇ ਰੱਖਿਓ। ਇਹ ਕੋਈ ਪਤਾ ਨਹੀਂ ਕਿ ਜਲਾਲਾਬਾਦ ਵੀ ਰੁੜ ਜਾਓ।